ਸੋ ਆਓ ਸੰਗਤ ਜੀ, ਜੋ ਲੜੀਵਾਰ ਸਤਿਗੁਰੂ ਸਾਹਿਬ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਿਗੁਰੂ ਦੀ ਪਾਵਨ ਮੁਖਾਰਵਿੰਦ ਰਸਨਾ ਤੋਂ ਉਚਾਰਨ ਕੀਤੀ ਹੋਈ ਜੋ ਲੜੀਵਾਰ ਭੋਗ ਦੇ ਸਲੋਕਾਂ ਦੀ ਕਥਾ ਚੱਲ ਰਹੀ ਹੈ। ਸੋ ਜਿੰਨੇ ਵੀ ਸਰੀਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜੁੜ ਬੈਠੇ ਹੋ, ਸਾਰੇ ਸੱਚੇ ਪਾਤਸ਼ਾਹ ਜੀਆਂ ਨੂੰ ਸਿਜਦਾ ਕਰੀਏ, ਹਜ਼ੂਰ ਦੇ ਚਰਨਾਂ ਦੇ ਵਿੱਚ ਨਮਸਕਾਰ ਕਰੀਏ, ਕਿਉਂਕਿ ਨਮਸਕਾਰ ਕਰਨ ਤੋਂ ਭਾਵ ਹੁੰਦਾ ਹੈ ਕਿ ਸੰਗਤ ਜੀ, ਜਿਹੜੀ ਸਾਡੀ ਬੁੱਧੀ ਹੈ ਕਿ ਅਸੀਂ ਸਿਰ ਸਤਿਗੁਰੂ ਦੇ ਚਰਨਾਂ 'ਚ ਤਾਂ ਰੱਖਦੇ ਹਾਂ, ਮਹਾਰਾਜ ਅਸੀਂ ਆਪਣੀ ਮੱਤ ਤਿਆਗ ਕਰਕੇ ਆਪ ਜੀਆਂ ਦੀ ਜਿਹੜਾ ਉਪਦੇਸ਼ ਹੈ ਉਹਨੂੰ ਗ੍ਰਹਿਣ ਕਰਦੇ ਹਾਂ, ਭਾਵ ਸਤਿਗੁਰਾਂ ਦੇ ਬਚਨ ਅੱਗੇ, ਹਜ਼ੂਰ ਦੇ ਪਾਵਨ ਉਪਦੇਸ਼ ਦੇ ਅੱਗੇ ਅਸੀਂ ਆਪਣਾ ਸੀਸ ਝੁਕਾਉਂਦੇ ਹਾਂ। ਮਹਾਰਾਜ ਨੇ ਸੰਗਤ ਜੀ ਗੁਰਸਿੱਖਾਂ ਨੂੰ ਨਮਸਕਾਰ ਕਰਨ ਦੇ ਬਾਬਤ ਗੁਰਬਾਣੀ ਅੰਦਰ ਸ਼ਬਦ ਵੀ ਕਥਨ ਕੀਤੇ ਨੇ। ਨਮਸਕਾਰ ਦੇ ਕਈ ਅਰਥ ਹੁੰਦੇ ਨੇ, ਜਿਸ ਤਰ੍ਹਾਂ ਸਿਜਦਾ, ਬੰਦਨਾ ਇਤਿਆਦਿਕ ਸ਼ਬਦ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਬਚਨ ਆਉਂਦੇ ਨੇ ਕਿ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ, ਕਿ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਹਰੀ ਸਰੂਪ ਹੈ, ਜਿਹੜਾ ਸਾਰਿਆਂ ਦੇ ਦੁੱਖ ਹਰਨ ਵਾਲਾ ਹੈ, ਜਿਹੜਾ ਆਪਣੇ ਪਿਆਰਿਆਂ ਦੇ ਔਗਣ ਚੁਰਾਉਣ ਵਾਲਾ ਅਤੇ ਗੁਣ ਦੇਣ ਵਾਲਾ ਵਾਹਿਗੁਰੂ ਹੈ, ਸਤਿਗੁਰੂ ਜੀ ਕਹਿੰਦੇ ਉਹਦੇ ਤਾਈਂ ਸਾਡੀ ਬੰਦਨਾ ਭਾਵ ਸਿਜਦਾ ਹੈ। ਆਓ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਵਿੱਚ ਨਮਸਕਾਰ ਕਰੀਏ, ਜੋ ਮਹਾਰਾਜ ਜੀ ਸਾਡੇ ਔਗਣ ਹਰ ਲੈਣ, ਕਿਉਂਕਿ ਹਰੇਕ ਜਿਹੜਾ ਜੀਵ ਹੈ ਕਿਸੇ ਨਾ ਕਿਸੇ ਔਗਣ ਦੇ ਸੰਗਤ ਜੀ ਨਾਲ ਭਰਿਆ ਪਿਆ ਹੈ। ਤਾਂ ਹੀ ਤਾਂ ਮਹਾਰਾਜ ਨੇ ਕਥਨ ਕੀਤਾ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਬਿਖ ਖਾਈ। ਇਹ ਸਾਡੀ ਹਾਲਾਤ, ਸਾਡੀ ਦਿਸ਼ਾ ਮਹਾਰਾਜ ਨੇ ਵਰਣਨ ਕੀਤੀ ਹੈ। ਸੋ ਆਓ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਰਸਨਾ ਨੂੰ ਪਵਿੱਤਰ ਕਰੋ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ, ਕਹੋ ਨਾਨਕ ਆਪਨ ਤਰੈ, ਔਰਨ ਲੇਤ ਉਧਾਰ। ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ, ਕਹੋ ਨਾਨਕ ਆਪਨ ਤਰੈ, ਔਰਨ ਲੇਤ ਉਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਦੇ ਨਾਮ ਦੇ ਅੰਦਰ ਸੰਗਤ ਜੀ ਇੰਨਾ ਪ੍ਰਤਾਪ ਵੈ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਬਾਣੀ ਅੰਦਰ ਕਥਨ ਕਰਦੇ ਨੇ ਕਿ ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਤਾਏ। ਐਸੇ ਸਤਿਗੁਰੂ ਜੀ ਮਹਾਰਾਜ
ਆਪਣੀ ਪਾਵਨ ਰਸਨਾ ਤੋਂ ਉਪਦੇਸ਼ ਬਖਸ਼ਦੇ ਨੇ। ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਭਾਈ ਜੀਵ ਜੋ ਪ੍ਰਾਨੀ ਮਮਤਾ ਤਜੈ, ਕਿ ਜਿਹੜਾ ਪ੍ਰਾਣਾ ਧਾਰੀ ਜੀਵ ਮਮਤਾ ਤੋਂ ਭਾਵ ਕਿ ਮੈਂ ਮੇਰੀ ਤਜ ਦਿੰਦਾ ਹੈ, ਅਤੇ ਲੋਭ ਮੋਹ ਅਹੰਕਾਰ, ਜਿਹੜੇ ਲੋਭ ਹੈ ਭਾਵ ਲਾਲਚ, ਕਿਉਂਕਿ ਸੰਗਤ ਜੀ ਲਾਲਚ ਇੱਕ ਐਸਾ ਰੋਗ ਹੈ। ਸਤਿਗੁਰੂ ਸਾਹਿਬ ਜੀ ਦੀ ਬਾਣੀ ਨੇ ਦੱਸਿਆ ਹੈ ਕਿ ਜਿਹੜਾ ਲਾਲਚੀ ਮਨੁੱਖ ਹੈ, ਲਾਲਚੀ ਜੀਵ ਹੈ, ਉਹਨੂੰ ਸਤਿਗੁਰੂ ਜੀ ਨੇ ਕੁੱਤੇ ਦੇ ਨਾਲ ਉਹਦੀ ਬਰਾਬਰਤਾ ਦਰਸਾਈ ਹੈ। ਮਹਾਰਾਜ ਜੀ ਕਹਿੰਦੇ ਲੋਭੀ ਜੰਤ ਨਾ ਜਾਣੀ, ਪੱਖ ਆਪੱਖ ਸਭ ਖਾਏ, ਕਿ ਲੋਭੀ ਮਨੁੱਖ ਹੈ ਜਿਹੜਾ ਉਹ ਕੁੱਕਰ ਦੀ ਨਿਆਈ ਹੁੰਦਾ ਹੈ। ਭਾਵੇਂ ਬਹੁਤ ਥਾਂ 'ਤੇ ਗੁਰਬਾਣੀ ਅੰਦਰ ਕੁੱਕਰ ਦੇ ਅਰਥ ਹੁੰਦੇ ਨੇ ਕੁੱਤਾ, ਕਿ ਕੁੱਤੇ ਨੂੰ ਸੰਗਤ ਜੀ ਗੁਰਬਾਣੀ ਅੰਦਰ ਬਹੁਤ ਥਾਈਂ ਸਤਿਕਾਰਿਆ ਵੀ ਗਿਆ ਹੈ। ਮਹਾਰਾਜ ਦੇ ਬਚਨ ਆਉਂਦੇ ਨੇ, ਹਮ ਕੁੱਕਰ ਤੇਰਾ ਦਰਬਾਰ, ਭੌਂਕੈ ਅਗਨ ਪਾਤਾਰ। ਮਹਾਰਾਜ ਦੇ ਬੜੇ ਵਚਨ ਆਉਂਦੇ ਨੇ, ਪਰ ਜਿਹੜਾ ਸੰਗਤ ਜੀ ਕੁੱਕਰ ਹੁੰਦਾ ਹੈ ਭਾਵ ਕਿ ਕੁੱਤਾ ਹੁੰਦਾ ਹੈ, ਉਹਦੀ ਇਹ ਹਾਲਾਤ ਹੁੰਦੀ ਹੈ। ਵੇਖਣ ਵਿੱਚ ਆਉਂਦਾ ਹੈ ਜਿਵੇਂ ਆਪਾਂ ਘਰਾਂ ਵਿੱਚ ਕੁੱਤੇ ਪਾਲਦੇ ਹਾਂ, ਪਰ ਜਿਸ ਵੇਲੇ ਕਈ ਵਾਰੀ ਉਹ ਕੁੱਤੇ ਨੂੰ ਹਲਕ ਉੱਠ ਜਾਂਦਾ ਹੈ ਤਾਂ ਸੰਗਤ ਜੀ ਕਈ ਵਾਰੀ ਫਿਰ ਉਹ ਕੁੱਤਾ ਜਿਹਨੇ ਪਾਲਿਆ ਹੁੰਦਾ ਹੈ, ਜਿਹਨੇ ਆਪਣੇ ਮੂੰਹ ਦੇ ਵਿੱਚੋਂ ਰੋਟੀਆਂ ਕੱਢ ਕੇ ਬੁਰਕੀਆਂ ਦੇ ਕੇ ਉਹਨੂੰ ਨਾਲ ਪਾਲਿਆ ਹੁੰਦਾ ਹੈ, ਐਸਾ ਕਈ ਵਾਰੀ ਹੁੰਦਾ ਹੈ ਵੇਖਣ ਵਿੱਚ ਕਿ ਉਹੀ ਕੁੱਤਾ ਆਪਣੇ ਮਾਲਕ ਨੂੰ, ਆਪਣੇ ਪਾਲਣ ਵਾਲੇ ਨੂੰ ਚੁੰਬੜ ਪੈਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਹੜਾ ਲੋਭੀ ਲਾਲਚੀ ਮਨੁੱਖ ਹੈ, ਉਹ ਵੀ ਸੰਗਤ ਜੀ ਫਿਰ ਕਈ ਵਾਰੀ ਆਪਣੇ ਸੰਬੰਧੀਆਂ ਨੂੰ, ਕਈ ਵਾਰੀ ਆਪਣੇ ਮਾਤਾ ਪਿਤਾ ਨੂੰ, ਚਾਹੋ ਜਿਹਨੇ ਕੋਈ ਸੰਸਾਰ ਵਿੱਚ ਕਿਸੇ ਮਨੁੱਖ ਦੀ ਕੋਈ ਸਹਾਇਤਾ ਮਦਦ ਹੈਲਪ ਕੀਤੀ ਹੋਵੇ, ਕਿਸੇ ਮੰਜ਼ਿਲ ਤਾਈਂ ਪਹੁੰਚਾਉਣ ਤੱਕ ਕਈ ਵਾਰੀ ਜੀਵ ਉਹਨੂੰ ਵੀ ਸੰਗਤ ਜੀ ਲਾਲਚ ਦੇ ਵਸ ਆ ਕੇ ਖਤਮ ਕਰ ਦਿੰਦਾ ਹੈ। ਮਹਾਰਾਜ ਨੇ ਤਾਂ ਤੇ ਕੁੱਤੇ ਦੇ ਨਾਲ ਲੋਭੀ ਜੀਵ ਨੂੰ ਭਾਈ ਕਥਨ ਕੀਤਾ ਹੈ। ਹਜ਼ੂਰ ਜੀ ਕਹਿੰਦੇ ਜੋ ਪ੍ਰਾਨੀ ਮਮਤਾ ਤਜੈ, ਜਿਹੜਾ ਜੀਵ ਭਾਈ ਪਦਾਰਥਾਂ ਦੇ ਵਿੱਚੋਂ ਮੈਂ ਤਿਆਗ ਦੇਵੇ, ਕਿ ਪਦਾਰਥ ਮੇਰੇ ਨਹੀਂ, ਇਹ ਤਾਂ ਮੈਨੂੰ ਵਾਹਿਗੁਰੂ ਨੇ ਪ੍ਰਲਬਧ ਦੇ ਅਨੁਸਾਰ ਬਖਸ਼ੇ ਨੇ। ਸਤਿਗੁਰੂ ਜੀ ਕਹਿੰਦੇ ਅਤੇ ਲੋਭ ਤਿਆਗ ਦੇਵੇ, ਲਾਲਚ ਨੂੰ ਛੱਡ ਦਿੰਦਾ ਹੈ। ਅਤੇ ਤੀਸਰਾ ਭਾਈ ਹੈ ਮੋਹ। ਮੋਹ ਤੋਂ ਭਾਵ ਹੁੰਦਾ ਹੈ ਸੰਗਤ ਜੀ ਕਿ ਜੀਵ ਦਾ ਕਿਸੇ ਨਾਲ ਸਨੇਹ। ਅਤੇ ਮਹਾਰਾਜ ਜੀ ਕਹਿੰਦੇ ਜਿਹੜਾ ਮੋਹ ਨੂੰ ਵੀ ਤਿਆਗ ਦੇਵੇ ਅਤੇ ਅਹੰਕਾਰ, ਚੌਥਾ ਵੱਡਾ ਰੋਗ ਜਿਹੜਾ ਅਹੰਕਾਰ, ਇਹ ਸੰਗਤ ਜੀ ਐਸਾ ਅਰੋਗ ਹੈ, ਇਹ ਵਾਹਿਗੁਰੂ ਤੋਂ ਜੀਵ ਨੂੰ ਵਿਛੋੜਦਾ ਵੀ ਹੈ, ਦੂਰੀ ਵੀ ਪਾਉਂਦਾ ਹੈ, ਅਤੇ ਸਾਰੇ ਅਵਗੁਣਾਂ ਦਾ ਜਿਹੜਾ ਕਾਰਨ ਹੈ ਉਹ ਹੰਕਾਰ ਹੀ ਹੈ। ਕਿਉਂਕਿ ਜਿਸ ਵੇਲੇ ਜੀਵ ਨੂੰ ਹੰਕਾਰ ਹੁੰਦਾ ਹੈ ਤਾਂ ਉਸ ਵੇਲੇ ਸੰਗਤ ਜੀਵ ਫਿਰ ਲੋਭ ਵੀ ਕਰਦਾ ਹੈ, ਲਾਲਚ ਵਿੱਚ ਵੀ ਆਉਂਦਾ ਹੈ। ਹੰਕਾਰੀ ਮਨੁੱਖ ਦੇ ਕੋਲ ਕੋਈ ਰਾਜਨੀਤੀ ਸੱਤਾ ਆ ਜਾਵੇ, ਕਿਸੇ ਧਨ ਦਾ ਬਲ ਹੋਵੇ, ਕਿਸੇ ਵੀ ਪ੍ਰਕਾਰ ਕਰਕੇ ਸੰਗਤ ਜੀ ਕੋਲ ਸ਼ਕਤੀ ਹੋਵੇ, ਫਿਰ ਲੋਭ ਦੇ ਵਿੱਚ ਆ ਕੇ, ਲਾਲਚ ਵਿੱਚ ਆ ਕੇ ਸਮਾਜ ਵਿੱਚ ਵੀ ਬੁਰਾਈਆਂ ਕਰਦਾ ਹੈ, ਅਤੇ ਮੋਹ ਕਰਕੇ ਵੀ ਸੰਗਤ ਜੋ ਪਦਾਰਥ ਆਪਣੇ ਵੱਲ ਖਿੱਚਦਾ ਹੈ। ਤਾਂ ਤੇ ਮਹਾਰਾਜ ਜੀ ਕਹਿੰਦੇ ਹੇ ਪ੍ਰਾਣੀ, ਤੂੰ ਇਹਨਾਂ ਨੂੰ ਤਜਨਾ ਕਰ, ਇਹਨਾਂ ਨੂੰ ਛੱਡਣਾ ਕਰ, ਜਿਹੜਾ ਹੰਕਾਰ ਇਤਿਆਦਿਕ ਨੇ। ਜੇਕਰ ਸਤਿਗੁਰੂ ਜੀ ਕਹਿੰਦੇ ਤੂੰ ਹੰਕਾਰ ਆਦਿ ਨੂੰ ਤਿਆਗ ਦੇਵੇਂਗਾ, ਫਿਰ ਤੂੰ ਕਹਿੰਦੇ ਸਦੀਵੀ ਸੁੱਖ ਪਾਵੇਂਗਾ। ਸ੍ਰੀ ਗੁਰੂ ਅਰਜਨ ਸਾਹਿਬ ਜੀ ਸ੍ਰੀ ਸੁਖਮਨੀ ਸਾਹਿਬ ਦੇ ਸ਼ਲੋਕ ਅੰਦਰ ਸੰਗਤ ਜੀ ਕਥਨ ਕਰਦੇ ਨੇ। ਹਜ਼ੂਰ ਦੇ ਬਚਨ ਨੇ ਕਿ ਕਾਮ ਕ੍ਰੋਧ ਅਰ ਲੋਭ ਮੋਹ
ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਕਿ ਜੇਕਰ ਸੰਗਤ ਜੀ ਇਹ ਬਿਨ ਸਜਾਣ, ਸਤਿਗੁਰੂ ਜੀ ਕਹਿੰਦੇ ਇਹਨਾਂ ਦੀ ਨਿਵਰਤੀ ਕਿਵੇਂ ਹੋਵੇਗੀ? ਜੇ ਪੂਰਨ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਤਾਂ ਤੇ ਗੁਰਸਿੱਖ ਸੰਗਤ ਜੀ ਮਹਾਰਾਜ ਦੇ ਚਰਨਾਂ 'ਚ ਆ ਕੇ ਬੇਨਤੀਆਂ ਕਰਦੇ ਨੇ ਕਿ ਜਿਵੇਂ ਗੁਰਸਿੱਖ ਕਹਿੰਦੇ ਨੇ, ਮਹਾਰਾਜ ਸਾਡੇ ਆਦਿ ਵਿਆਦ ਉਪਾਦ ਦੇ ਰੋਗ ਖੰਡਨ ਕਰੋ। ਇਸੇ ਤਰ੍ਹਾਂ ਇਹ ਵੀ ਇੱਕ ਰੋਗ ਨੇ, ਬੜੇ ਐਬ ਨੇ। ਤਾਂ ਜਿਹੜੇ ਗੁਰਮੁਖ ਜਗਿਆਸੂ ਜਿਨ੍ਹਾਂ ਦੀ ਅਵਸਥਾ ਜਾਗੀ ਹੋਈ ਹੈ, ਉਹ ਬੇਨਤੀਆਂ ਕਰਦੇ ਨੇ। ਅਤੇ ਜਿਨ੍ਹਾਂ ਨੇ ਸੰਗਤ ਜੀ ਫਿਰ ਤਿਆਗ ਦਿੱਤਾ, ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੇ ਸੁੱਖ ਪਾਇਆ ਹੈ। ਮਹਾਰਾਜ ਜੀ ਨੇ ਇੱਕ ਪਹਿਲਵਾਨ ਦੀ ਉਦਾਹਰਨ ਦੇ ਕੇ ਗੁਰਬਾਣੀ ਅੰਦਰ ਸਮਝਾਇਆ ਹੈ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਕਿ ਸੁਖੀਆ ਪਹਿਲਵਾਨ ਸੀ, ਕੋਈ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸਿੱਖ ਸੀ। ਤਾਂ ਸਤਿਗੁਰੂ ਸਾਹਿਬ ਜੀ ਸੰਗਤ ਜੀ ਕੋਈ ਉਹਦੇ ਗ੍ਰਹਿ ਵਿਖੇ ਗਏ। ਗਰੀਬੜਾ ਸਿੱਖ ਸੀ, ਘਰ ਵਿੱਚ ਮਾਇਆ ਧਨ ਪਦਾਰਥ ਨਹੀਂ ਸੀ। ਵੇਖਿਆ ਕਿ ਸਤਿਗੁਰਾਂ ਦੇ ਵਾਸਤੇ ਕੋਈ ਪਕਾਨ ਤਿਆਰ ਕੀਤਾ ਜਾਵੇ। ਮਹਾਰਾਜ ਵਾਸਤੇ ਲੰਗਰ ਦੀ ਰਸਤ ਕਿੱਥੋਂ ਲਿਆਵਾਂ? ਤਾਂ ਉਸ ਵੇਲੇ ਸੰਗਤ ਜੀ ਨਗਰ ਦੇ ਵਿੱਚ ਜਿਵੇਂ ਪੁਰਾਤਨ ਸਮਿਆਂ ਵਿੱਚ ਕੁਸ਼ਤੀਆਂ ਇਤਿਆਦਿਕ ਹੁੰਦੇ ਸਨ, ਘੋਲ ਕਬੱਡੀ ਵਗੈਰਾ। ਅੱਜ ਤਾਂ ਇਹ ਖੇਡਾਂ ਥੋੜ੍ਹੀਆਂ ਥੋੜ੍ਹੀਆਂ ਅਲੋਪ ਹੋ ਜਾ ਰਹੀਆਂ ਨੇ। ਸੋ ਜਿਸ ਵੇਲੇ ਸੁਖੀਆ ਸੰਗਤ ਦੇ ਇਲਾਕੇ ਦੇ ਵਿੱਚ ਚੰਗਾ ਪਹਿਲਵਾਨ ਸੀ, ਨਾਂ ਪ੍ਰਸਿੱਧ ਸੀ, ਉਹ ਖਾੜੇ ਦੇ ਵਿੱਚ ਘੁਲਣ ਵਾਸਤੇ ਆਇਆ ਸੀ। ਤਾਂ ਜਿਹੜੇ ਖਾੜੇ ਨੂੰ ਕਰਾਉਣ ਵਾਲੇ ਵਿਅਕਤੀ ਸੀ, ਉਹਨਾਂ ਨੇ ਇਨਾਮ ਰੱਖਿਆ ਸੀ ਕਿ ਜਿਹੜਾ ਸੁਖੀਏ ਪਹਿਲਵਾਨ ਨਾਲ ਘੋਲ ਕਰੇਗਾ, ਜੇ ਉਹ ਜਿੱਤ ਗਿਆ ਤਾਂ ਉਹਦਾ ਜਿਹੜਾ ਇਨਾਮ ਹੈ ਉਹ ਤਾਂ ਉਹਨੂੰ ਮਿਲਣਾ ਹੀ ਹੈ। ਜੇਕਰ ਉਹ ਹਾਰ ਗਿਆ ਤਾਂ ਉਹਨੂੰ ਅੱਧਾ ਇਨਾਮ ਦਿੱਤਾ ਜਾਵੇਗਾ। ਕਿਉਂਕਿ ਸੰਗਤ ਸੁਖੀਏ ਪਹਿਲਵਾਨ ਦਾ ਸਰੀਰ ਬੜਾ ਬਲਵਾਨ ਸੀ, ਉਹਦੇ ਨਾਲ ਘੁਲਣਾ ਆਮ ਵਿਅਕਤੀ ਦੀ ਬਾਤ ਨਹੀਂ ਸੀ। ਅਤੇ ਉਹ ਥੋੜ੍ਹਾ ਇਨਾਮ ਤਾਂ ਰੱਖਿਆ ਸੀ ਕਿ ਜੇ ਕਈ ਵਾਰੀ ਕੋਈ ਸਰੀਰ 'ਤੇ ਸੱਟ ਇਤਿਆਦਿਕ ਲੱਗ ਗਈ ਤਾਂ ਆਪਣਾ ਇਲਾਜ ਕਰਾ ਲਵੇਗਾ। ਤਾਂ ਸੰਗਤ ਜੀ ਗੁਰੂ ਕੇ ਸਿੱਖ ਨੇ ਜਾਣਿਆ ਕਿ ਸੁਖੀਏ ਪਹਿਲਵਾਨ ਤੋਂ ਜਿੱਤ ਤਾਂ ਨਹੀਂ ਸਕਦਾ, ਪਰ ਥੋੜ੍ਹਾ ਜੇਕਰ ਕੋਈ ਸਰੀਰ 'ਤੇ ਸੱਟ ਲੱਗ ਗਈ, ਜਿੰਨਾ ਕੁ ਧਨ ਮਿਲਿਆ ਉਹਨਾਂ ਕੁ ਮੈਂ ਆ ਕੇ ਸਤਿਗੁਰਾਂ ਨੂੰ ਲੰਗਰ ਛਕਾਵਾਂਗਾ। ਜਿਸ ਵੇਲੇ ਸੰਗਤ ਜੀ ਖਾੜੇ ਦੇ ਵਿੱਚ ਗਿਆ, ਗੁਰੂ ਕੇ ਸਿੱਖ ਦਾ ਕਮਜ਼ੋਰ ਸਰੀਰ ਸੀ। ਕਿਉਂਕਿ ਜਿਹੜੇ ਬੰਦਗੀ ਵਾਲੇ ਹੁੰਦੇ ਉਹਨਾਂ ਦਾ ਸਰੀਰ ਸੰਗਤ ਜੀ ਕਮਜ਼ੋਰ ਹੁੰਦਾ ਹੈ, ਕਿਉਂਕਿ ਅਭਿਆਸ ਦੇ ਨਾਲ ਸਰੀਰ ਸੁੱਕਦਾ ਹੈ। ਉਹਨਾਂ ਦਾ ਇਹ ਖਿਆਲ ਹੁੰਦਾ ਹੈ ਉਹਨਾਂ ਦਾ ਪ੍ਰਸ਼ਾਦਾ ਪਾਣੀ ਘੱਟ, ਖੁਰਾਕ ਘੱਟ ਹੁੰਦੀ ਹੈ। ਤਾਂ ਤੇ ਜਿਸ ਵੇਲੇ ਖਾੜੇ ਦੇ ਵਿੱਚ ਗਿਆ ਗੁਰੂ ਕਾ ਸਿੱਖ, ਲੋਕਾਂ ਨੇ ਮਜ਼ਾਕ ਬਣਾਇਆ ਕਿ ਇਹਨੇ ਆਪਣੇ ਹੱਡ ਪੈਰ ਤੜਾਉਣੇ ਆ, ਕਿੱਥੇ ਸੁਖੀਆ ਪਹਿਲਵਾਨ ਅਤੇ ਕਿੱਥੇ ਇਹ। ਤਾਂ ਜਿਸ ਵੇਲੇ ਸੰਗਤ ਜੀ ਰਹੋ ਵਿਚਾਰ, ਸੁਖੀਏ ਦੇ ਕੋਲ ਗਿਆ, ਪਹਿਲਵਾਨ ਦੇ ਕੋਲ ਜਾ ਕੇ ਦੋਨੇ ਆਪਸ ਵਿੱਚ ਗੱਲਬਾਤ ਕਰ ਰਹੇ ਨੇ। ਜਾ ਕੇ ਕਾਰਨ ਦੱਸਿਆ ਸੁਖੀਏ ਨੂੰ। ਤਾਂ ਉਸ ਵੇਲੇ ਸੰਗਤ ਸੁਖੀਏ ਪਹਿਲਵਾਨ ਦੇ ਮਨ ਵਿੱਚ ਕਿਤੇ ਦਇਆ ਆ ਗਈ। ਤਾਂ ਸੁਖੀਏ ਨੇ ਆਪਣੀ ਢੂਹੀ ਆਪਣੀ ਹਾਰ ਆਪ ਕਰਾ ਲਈ। ਤਾਂ ਉਸ ਵੇਲੇ ਜਿਸ ਵੇਲੇ ਹਾਰ ਕਰਵਾ ਲਈ, ਲੋਕਾਂ ਨੇ ਜਿਹੜਾ ਕਮਜ਼ੋਰ ਸੀ ਉਹਦੀ ਜੈ ਜੈਕਾਰ ਕੀਤੀ, ਉਹਨੇ ਭਾਰੀ ਇਨਾਮ ਪ੍ਰਾਪਤ ਕਰ ਲਿਆ। ਆ ਕੇ ਮਹਾਰਾਜ ਨੂੰ ਸਾਰੀ ਬਾਤ ਦੱਸੀ। ਫਿਰ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੰਗਤ ਸੁਖੀਏ ਪਹਿਲਵਾਨ ਦੀ ਵਡਿਆਈ ਕੀਤੀ। ਮਹਾਰਾਜ ਨੇ ਉਹਨੂੰ ਜਸ ਬਖਸ਼ਿਆ। ਤਾਂ ਮਹਾਰਾਜ ਨੇ ਫਿਰ ਸ਼ਲੋਕ ਉਚਾਰਨ ਕੀਤਾ, ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ। ਕਿ ਜਿਹਨੇ ਭਾਈ ਆਪਣਾ ਨਿਵਾਰ ਭਾਵ ਆਪਣਾ ਹੰਕਾਰ ਤਜਿਆ। ਸਤਿਗੁਰੂ ਜੀ ਕਹਿੰਦੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਕਿ ਜਿਹੜੇ ਵੱਡੇ ਵੱਡੇ ਹੰਕਾਰੀ ਹੁੰਦੇ ਨੇ, ਜਿਨ੍ਹਾਂ ਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ, ਫਰੀਦਾ ਕਿ ਗਰਭ ਜਿੰਨਾ ਵਡਿਆਈਆਂ ਧਨ ਜੋਬਨ ਆਗਾਹ, ਖਾਲੀ ਚੱਲੇ ਧਨੀ ਸਿਉ ਟਿੱਬੇ ਜਿਉ ਮੀਂਹ ਆਹ। ਕਿ ਵੇਖਿਆ ਸੰਗਤ ਜਿਸ ਤਰ੍ਹਾਂ ਮੀਂਹ ਪੈ ਰਿਹਾ ਹੈ ਹੁਣ, ਕਿ ਜਿਹੜਾ ਮੀਂਹ ਹੈ ਉਹ ਬੱਦਲਾਂ ਦੇ ਵਿੱਚੋਂ ਪੈਂਦਾ ਹੈ। ਸਾਰਿਆਂ ਨੂੰ ਇਹ ਗੱਲ ਦਾ ਪਤਾ ਹੈ। ਤਾਂ ਜਿਹੜੇ ਰੇਤੇ ਦੇ ਟਿੱਬੇ ਕਹਿ ਲਵੋ, ਪਹਾੜ ਕਹਿ ਲਵੋ, ਉਹ ਸੰਗਤ ਜੀ ਜ਼ਮੀਨ ਦੇ ਨਾਲੋਂ ਬੜੇ ਉੱਚੇ ਹੁੰਦੇ ਨੇ। ਅਤੇ ਹੁਣ ਜਿਹੜੀ ਇਹ ਚੀਜ਼ ਆਕਾਸ਼ ਤੋਂ ਗਿਰੇਗੀ ਭਾਵ ਮੀਂਹ, ਉਹ ਪਹਿਲਾਂ ਜ਼ਮੀਨ 'ਤੇ ਪੈਣ ਨਾਲੋਂ ਪਹਿਲਾਂ ਟਿੱਬਿਆਂ 'ਤੇ ਪੈਂਦੀ ਹੈ।
ਇਸ ਪ੍ਰਕਾਰ ਮੀਂਹ ਸੰਗਤ ਜੀ ਪਹਿਲਾਂ ਟਿੱਬਿਆਂ 'ਤੇ ਪੈਂਦਾ ਹੈ, ਬਾਬਾ ਫਰੀਦ ਜੀ ਕਹਿੰਦੇ। ਅਤੇ ਪਰ ਸੰਗਤ ਜੀ ਵੇਖੋ, ਜਿਸ ਵੇਲੇ ਮੀਂਹ ਪੈਂਦਾ ਹੈ ਥੋੜ੍ਹੇ ਸਮੇਂ ਨੂੰ 5-10 ਮਿੰਟ ਬਾਅਦ ਵਿੱਚ ਜਾ ਕੇ ਉਹ ਟਿੱਬੇ ਅਤੇ ਉਹ ਪਹਾੜ ਸੁੱਕੇ ਦੇ ਸੁੱਕੇ, ਕਿਉਂਕਿ ਉਹਨਾਂ ਦੇ ਪੱਲੇ ਉੱਚਪਣ ਹੈ। ਉੱਚੀ ਹੋਣ ਕਰਕੇ ਉਹਨਾਂ 'ਤੇ ਪਾਣੀ ਨਹੀਂ ਖੜਦਾ, ਪਾਣੀ ਥੱਲੇ ਜ਼ਮੀਨ 'ਤੇ ਆ ਕੇ ਗਿਰ ਜਾਂਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ, ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਗਰਭ ਜਿੰਨਾ ਵਡਿਆਈਆਂ, ਧਨ ਜੋਵਨ ਆਗਾਹ, ਖਾਲੀ ਚੱਲੇ ਧਨੀ ਸਿਉ, ਟਿੱਬੇ ਜਿਉ ਮੀਆਂ ਹੈ। ਜਿਵੇਂ ਭਾਈ ਕਹਿੰਦੇ ਟਿੱਬਿਆਂ 'ਤੇ ਪਾਣੀ ਨਹੀਂ ਪੈਂਦਾ, ਪਾਣੀ ਨਹੀਂ ਖੜਦਾ, ਇਸੇ ਤਰ੍ਹਾਂ ਜਿਹੜੇ ਹੰਕਾਰੀ ਜੀਵ ਹੁੰਦੇ ਨੇ ਉਹ ਸੰਸਾਰ ਵਿੱਚੋਂ ਖਾਲੀ ਜਾਂਦੇ ਨੇ। ਕਿਉਂਕਿ ਖਾਲੀ ਕਿਉਂ ਜਾਂਦੇ ਨੇ? ਉਹਨਾਂ ਦੇ ਹਿਰਦੇ ਵਿੱਚ ਨਾਮ ਨਹੀਂ ਵਸਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ, ਹਰ ਜੂ ਹੰਕਾਰ ਨਾ ਭਾਵੀ, ਵੇਦ ਕੂਕ ਸੁਣਾਵੈ। ਕਿ ਪਰਮਾਤਮਾ ਨੂੰ ਕਦੇ ਹੰਕਾਰ ਭਾਉਂਦੀ ਨਹੀਂ, ਹੰਕਾਰ ਚੰਗਾ ਨਹੀਂ ਲੱਗਦਾ। ਅਤੇ ਸੰਗਤ ਜੀ ਜਿਹੜਾ ਮਨੁੱਖ ਦੇ ਪੱਲੇ ਨਾਮ ਨਹੀਂ, ਅਤੇ ਨਾਮ ਤੋਂ ਪੱਲੇ ਸੰਸਾਰ ਵਿੱਚ ਸਭ ਕੁਝ ਖਾਲੀ ਹੈ। ਕਿਉਂਕਿ ਜੀਵ ਦੇ ਨਾਲ ਜਾਣਾ ਹੀ ਵਾਹਿਗੁਰੂ ਦਾ ਨਾਮ ਹੈ, ਅਤੇ ਨਾਮ ਉਹ ਹੰਕਾਰੀ ਮਨੁੱਖ ਦੇ ਹਿਰਦੇ ਵਿੱਚ ਨਹੀਂ ਵਸਦਾ ਹੰਕਾਰ ਕਰਕੇ। ਤਾਂ ਤੇ ਮਹਾਰਾਜ ਜੀ ਕਹਿੰਦੇ, ਸੁਖੀ ਮਸੈ ਮਸਕੀਨੀਆਂ, ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆਂ, ਨਾਨਕ ਗਰਭ ਗਲੇ। ਗਰਭ ਤੋਂ ਭਾਵ ਸੰਗਤ ਜੀ ਕਿਤੇ ਗਰਭ ਦੇ ਅਰਥ ਹੰਕਾਰ ਵੀ ਕੀਤਾ ਹੈ ਗੁਰਬਾਣੀ ਅੰਦਰ, ਕਦੇ ਗਰਭ ਦੇ ਅਰਥ ਮਾਤਾ ਦਾ ਉਦਰ ਵੀ ਕੀਤਾ ਹੈ। ਵੇਖਣ ਵਿੱਚ ਆਉਂਦਾ ਕਈ ਐਸੇ ਜੀਵ ਹੁੰਦੇ ਨੇ ਕਿ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦੀਆਂ ਦਰਸ਼ਨ ਵੀ ਨਹੀਂ ਕੀਤੇ, ਉਹ ਭਾਵ ਮਾਤਾ ਦੇ ਗਰਭ ਵਿੱਚ ਹੀ ਜਿਨ੍ਹਾਂ ਦਾ ਮ੍ਰਿਤੂ ਹੋ ਜਾਂਦੀ ਹੈ ਬੱਚੇ। ਇਹੋ ਜਿਹੇ ਸੰਗਤ ਜਿਹੜੇ ਜੀਵ ਫਿਰ ਉਹ ਇਹੋ ਜਿਹੀ ਹੰਕਾਰੀ ਹੁੰਦੇ ਨੇ, ਉਹਨਾਂ ਦੇ ਇਹੋ ਜਿਹੇ ਕਰਮ ਕੀਤੇ ਹੁੰਦੇ ਨੇ। ਮਹਾਰਾਜ ਜੀ ਕਹਿੰਦੇ, ਸੁਖੀ ਵਸੈ ਮਸਕੀਨੀਆਂ, ਆਪ ਨਿਵਾਰਤ ਲੈ। ਜਿਨ੍ਹਾਂ ਨੇ ਭਾਈ ਆਪਣੇ ਆਪ ਨੂੰ ਤਜ ਦਿੱਤਾ, ਆਪਣੇ ਹੰਕਾਰ ਨੂੰ ਤਜ ਦਿੱਤਾ, ਉਹ ਸੰਸਾਰ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਸੁਖੀ ਵਸਦੇ ਨੇ। ਅਤੇ ਜਿਹੜੇ ਹੰਕਾਰ ਨਹੀਂ ਤਜਦੇ, ਮਹਾਰਾਜ ਜੀ ਕਹਿੰਦੇ ਉਹ ਨਾਨਕ ਗਰਭ ਗਲੇ, ਉਹ ਗਰਭ ਦੇ ਵਿੱਚ ਗਲਦੇ ਫਿਰਦੇ ਨੇ। ਤਾਂ ਤੇ ਸੰਗਤ ਜੀ ਮਹਾਰਾਜ ਦੇ ਇਤਿਹਾਸ ਨੂੰ ਪੜ੍ਹ ਲਵੋ, ਕਿਸੇ ਵੀ ਪੈਗੰਬਰ ਮਹਾਂਪੁਰਸ਼ ਨੂੰ ਹੰਕਾਰ ਨਹੀਂ ਪਾਇਆ। ਜਿਹੜੇ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਨੇ ਕਿ ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਹੰਕਾਰ। ਇਹ ਸਤਿਗੁਰੂ ਜੀ ਜਿਸ ਵੇਲੇ ਸੰਗਤ ਜੀ ਮਾਲਵੇ ਦੇ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਹੁਤ ਪ੍ਰਚਾਰ ਕੀਤਾ, ਤਾਂ ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਮਾਲਵੇ ਦੇ ਵਿੱਚ ਪ੍ਰਚਾਰ ਕਰਦੇ ਹੋਏ ਬਰਨਾਲੇ ਜ਼ਿਲ੍ਹੇ ਦੇ ਪਿੰਡ ਸੇਖੇ ਪੁੱਜੇ, ਉੱਥੇ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁੱਜਣ 'ਤੇ ਆਸੇ ਪਾਸੇ ਦੀਆਂ ਸੰਗਤਾਂ ਨੂੰ ਪਤਾ ਲੱਗਿਆ। ਸਾਰੀਆਂ ਸੰਗਤਾਂ ਨੇ ਮਹਾਰਾਜ ਨੂੰ ਆ ਕੇ ਨਮਸਕਾਰ ਕੀਤੀ। ਤਾਂ ਉਸ ਇਲਾਕੇ ਦਾ ਚੌਧਰੀ ਸੀ ਮਲੂਕਾ ਚੌਧਰੀ, ਜਿਹਦਾ ਇਤਿਹਾਸ ਵਿੱਚ ਨਾਂ ਆਇਆ ਹੈ। ਤਾਂ ਸੰਗਤ ਜੀ ਉਹ ਮਲੂਕੇ ਚੌਧਰੀ ਨੂੰ ਆਪਣੇ ਚੌਧਰਪਣੇ ਦੀ, ਆਪਣੇ ਪ੍ਰਧਾਨਗੀ ਦੀ ਬੜੀ ਹੰਕਾਰ ਸੀ ਕਿ ਸਤਿਗੁਰੂ ਮਹਾਰਾਜ ਜੀ ਨੂੰ ਜਿਸ ਵੇਲੇ ਪਲੰਗ ਲੱਗਿਆ, ਹਜ਼ੂਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬੈਰਾਗ ਦੀ ਪ੍ਰੇਮ ਦੀ ਮੂਰਤ ਬਿਰਾਜਮਾਨ ਨੇ। ਸੰਗਤਾਂ ਮਹਾਰਾਜ ਜੀ ਤੋਂ ਉਪਦੇਸ਼ ਲੈ ਰਹੀਆਂ ਨੇ, ਦਰਸ਼ਨ ਕਰ ਰਹੀਆਂ ਨੇ। ਤਾਂ ਮਲੂਕਾ ਚੌਧਰੀ ਸੰਗਤ ਜੀ ਆਪਣੀ ਚੌਧਰਪਣਾ ਕਰਦਾ ਹੋਇਆ ਕਦੇ ਇੱਧਰ ਨੂੰ ਲੰਘ ਜਾਵੇ ਮਹਾਰਾਜ ਦੇ ਪਲੰਗ ਦੇ ਕੋਲ, ਕਦੇ ਇੱਧਰ ਨੂੰ ਉੱਚੀ ਉੱਚੀ ਆਪਣੀ ਆਵਾਜ਼ ਬੋਲੇ। ਤਾਂ ਮਹਾਰਾਜ ਸੰਗਤ ਜੀ ਸ਼ਾਂਤੀ ਦੀ ਮੂਰਤ, ਬੜੇ ਸ਼ਾਂਤ ਬਿਰਾਜਮਾਨ ਸਨ। ਤਾਂ ਉਸ ਵੇਲੇ ਮਲੂਕੇ ਦਾ ਜਿਹੜਾ ਕੋਈ ਗੁਰੂ ਬਣਾਇਆ ਵੈਸੇ ਕੋਈ ਬਰਾਗੀ ਸਾਧੂ, ਜਿਸ ਵੇਲੇ ਉਹ ਵੀ ਆਇਆ, ਉਹਨੇ ਸਮਝਾਇਆ ਕਿ ਮਲੂਕਿਆ, ਮਹਾਂਪੁਰਸ਼ਾਂ ਦੇ ਅੱਗੇ ਹੰਕਾਰ ਨਹੀਂ ਕਰੀਦਾ, ਕੀੜੀ ਦਾ ਕੀ ਮਾਣ ਹੁੰਦਾ ਹੈ ਹਾਥੀ ਦੇ ਅੱਗੇ। ਤੂੰ ਤਾਂ ਇੱਕ ਥੋੜ੍ਹੀ ਜਿਹੀ ਚੰਗਿਆਣੀ ਹੈ। ਇਹ ਤੇਰੇ ਕੋਲ 4 ਪਿੰਡਾਂ ਦੀ ਚੌਧਰ, ਇਹ ਸਤਿਗੁਰੂ ਲੋਕ ਪਰਲੋਕ ਦੇ ਮਾਲਕ ਨੇ। ਕੋਟ ਬ੍ਰਹਿਮੰਡ ਕੋ ਠਾਕੁਰ ਮੇਰਾ, ਇਹ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਨੇ, ਕਰੋੜਾਂ ਬ੍ਰਹਿਮੰਡਾਂ ਦੇ ਕਰਤੇ ਧਰਤੇ ਨੇ। ਹਰਨ ਭਰਨ ਜਾ ਕਾ ਨੇਤਰ ਫੋਰ, ਇਹ ਛਿਨ ਮਾਤਰ ਵਿੱਚ ਹੀ ਸੰਸਾਰ ਨੂੰ ਭਰ ਦਿੰਦੇ ਨੇ ਅਤੇ ਥੋੜ੍ਹੇ ਸਮੇਂ ਵਿੱਚ ਹੀ ਸੰਸਾਰ ਨੂੰ ਨਾਸ ਕਰ ਦਿੰਦੇ ਨੇ। ਇਹਨਾਂ ਦੇ ਚਰਨੀ ਢਹਿ ਜਾ, ਤੈਨੂੰ ਸੁੱਖ ਮਿਲਣਗੇ, ਤੈਨੂੰ ਪਰਲੋਕ ਦੀਆਂ ਅਤੇ ਲੋਕ ਦੀਆਂ ਪ੍ਰਧਾਨਗੀਆਂ ਅਹੁਦੇ ਮਿਲਣਗੇ। ਤਾਂ ਉਸ ਵੇਲੇ ਸੰਗਤ ਜੀ ਬਰਾਗੀ ਦੇ ਕਹਿਣ 'ਤੇ ਜਿਸ ਵੇਲੇ ਮਲੂਕਾ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕਰਨ ਲੱਗਿਆ, ਆਪਣੇ ਹੰਕਾਰ ਨੂੰ ਛੱਡਣ ਲੱਗਿਆ, ਮਹਾਰਾਜ ਨੇ ਸੁਤੇ ਸਿੱਧ ਬਚਨ ਕਰ ਦਿੱਤੇ ਕਿ ਭਾਈ ਤੁਸੀਂ ਉਜੜੋਗੇ ਤਾਂ ਜ਼ਰੂਰ,
ਪਰ ਤੁਹਾਨੂੰ ਰਾਜ ਭਾਗ ਮਿਲੇਗਾ। ਫਿਰ ਸੰਗਤ ਜੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 5 ਪਿਆਰੇ ਸਾਜੇ। ਉਹਨਾਂ ਵਿੱਚ ਭਾਈ ਧਰਮ ਸਿੰਘ ਜੋ ਦਿੱਲੀ ਦੇ ਰਹਿਣ ਵਾਲੇ ਸੀ, ਇਹ ਇਹਨਾਂ ਦੀ ਅੰਸ਼ ਵੰਸ਼ ਤੇ ਇਹਨਾਂ ਦੇ ਖਾਨਦਾਨ ਵਿੱਚੋਂ ਸੀ। ਸੋ ਉਜੜੇ ਵੀ ਤੇ ਰਾਜ ਵੀ ਮਿਲਿਆ। ਇਸ ਪ੍ਰਕਾਰ ਸਤਿਗੁਰੂ ਜੀ ਨੂੰ ਸੰਗਤ ਜੀ ਹੰਕਾਰ ਕਦੇ ਚੰਗਾ ਨਹੀਂ ਲੱਗਿਆ। ਜਿਹੜੇ ਹੰਕਾਰ ਨੂੰ ਛੱਡਦੇ ਤੇ ਸੁਖੀ ਵਸਦੇ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਸ ਵੇਲੇ ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਪੁੱਜੇ ਸਨ, ਤਾਂ ਉਸ ਵੇਲੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਲਾਲ ਸਿੰਘ ਨਾਮ ਦਾ ਕੋਈ ਮਿਸਤਰੀ ਗੁਰਸਿੱਖ ਮਹਾਰਾਜ ਦੇ ਵਾਸਤੇ ਸੰਗਤ ਜੀ ਢਾਲ ਲੈ ਕੇ ਆਇਆ। ਕਿਉਂਕਿ ਮਹਾਰਾਜ ਛੇਵੇਂ ਪਾਤਸ਼ਾਹ ਦਾ ਹੁਕਮ ਸੀ, ਜਬ ਹਮਰੇ ਦਰਸ਼ਨ ਕੋ ਆਵੋ ਤਨ ਬਾਂਧ ਕਰ ਸ਼ਸਤਰ ਸਜਾਵੋ। ਕਿ ਮਹਾਰਾਜ ਦੇ ਵਚਨ ਸੀ ਕਿ ਬਿਨਾਂ ਸ਼ਸਤਰ ਕੇ ਸੰਗ ਦਿਓ ਨਾ ਦੀਦਾਰੇ। ਕਿ ਉਹਨਾਂ 'ਤੇ ਭਾਈ ਸਾਡੀ ਬਹੁਤ ਪ੍ਰਸੰਨਤਾ ਹੋਵੇਗੀ ਜਿਹੜੇ ਗੁਰੂ ਕੇ ਸਿੱਖ ਸਾਨੂੰ ਘੋੜੇ ਅਤੇ ਚੰਗੇ ਸ਼ਸਤਰ ਭੇਟਾ ਕਰਨ। ਤਾਂ ਲਾਲ ਸਿੰਘ ਨੇ ਵੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਸੰਗਤ ਦੀ ਬੜੀ ਸੁੰਦਰ, ਬੜੀ ਕੀਮਤੀ, ਬੜੀ ਬਲ ਵਾਲੀ ਢਾਲ ਲਿਆ ਕੇ ਭੇਟਾ ਕੀਤੀ। ਜਿਸ ਵੇਲੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਦੀਵਾਨ ਲੱਗਿਆ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਾਹਿਬੇ ਕਮਾਲ ਆਸਨ 'ਤੇ ਬਿਰਾਜਮਾਨ ਨੇ। ਭਾਈ ਲਾਲ ਸਿੰਘ ਨੇ ਲਿਆ ਕੇ ਢਾਲ ਰੱਖੀ ਅਤੇ ਆਪਣੀ ਢਾਲ ਦੀਆਂ ਸੰਗਤ ਤਾਰੀਫਾਂ ਕਰਨ ਲੱਗ ਪਿਆ। ਕਹਿਣ ਲੱਗਿਆ, ਮਹਾਰਾਜ ਇਹ ਢਾਲ ਗੈਂਡੇ ਦੀ ਖੱਲ ਦੇ ਵਿੱਚ ਮੜੀ ਪਈ ਹੈ। ਮਹਾਰਾਜ ਇਹ 'ਤੇ ਕਿੰਨੀਆਂ ਮਰਜ਼ੀ ਗੋਲੀਆਂ ਵੱਜਣ, ਇਹ ਕਦੇ ਤਪਦੀ ਨਹੀਂ। ਮਹਾਰਾਜ ਇਹਦੇ ਗੋਲੀ ਆਰ ਪਾਰ ਨਹੀਂ ਹੋਣ ਵਾਲੀ। ਹਜ਼ੂਰੇ ਮੈਂ ਤੁਹਾਡੇ ਵਾਸਤੇ ਬਹੁਤ ਮਣ ਲੋਹੇ ਨੂੰ ਕੁੱਟ ਕਰਕੇ ਉਹਦੇ ਵਿੱਚੋਂ ਇਹ ਢਾਲ ਪੈਦਾ ਕਰਕੇ ਆਪ ਜੀਆਂ ਵਾਸਤੇ ਬਣਾਈ ਹੈ। ਤਾਂ ਮਹਾਰਾਜ ਜੀ ਸੰਗਤ ਜੀ ਬੜੇ ਪ੍ਰਸੰਨ ਹੋਏ, ਖੁਸ਼ ਹੋਏ। ਭਾਈ ਲਾਲ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਲਾਲ ਸਿੰਘਾ, ਮਿੱਤਰ ਨੂੰ ਅਤੇ ਸ਼ਾਸਤਰ ਨੂੰ ਪਰਖਣਾ ਬਹੁਤ ਜ਼ਰੂਰੀ ਹੁੰਦਾ ਹੈ। ਸਾਡਾ ਸੁਭਾਅ ਹੈ ਕਿ ਅਸੀਂ ਸ਼ਾਸਤਰ ਨੂੰ ਪਰਖੇ ਤੋਂ ਬਿਨਾਂ ਆਪਣੇ ਸ਼ਾਸਤਰਾਂ ਦੇ ਵਿੱਚ ਸ਼ਾਸਤਰ ਨਹੀਂ ਰੱਖਦੇ, ਆਪਣੇ ਖਜ਼ਾਨੇ ਵਿੱਚ ਸ਼ਾਸਤਰ ਨਹੀਂ ਰੱਖਦੇ। ਤੇਰੀ ਢਾਲ ਦੀ ਅਸੀਂ ਕੱਲ੍ਹ ਨੂੰ ਪਰਖ ਕਰਾਂਗੇ। ਜੇਕਰ ਤੇਰੀ ਢਾਲ ਸਾਡੀ ਕਸਵੱਟੀ 'ਤੇ ਪੂਰੀ ਉਤਰੀ ਤਾਂ ਅਸੀਂ ਆਪਣੀ ਖਜ਼ਾਨੇ ਦੇ ਵਿੱਚ, ਆਪਣੇ ਸ਼ਾਸਤਰ ਤੋਪਖਾਨੇ ਵਿੱਚ ਤੁਹਾਡੀ ਢਾਲ ਗੁਰੂ ਨਾਨਕ ਦੇ ਦਰ 'ਤੇ ਮਨਜ਼ੂਰ ਕਰ ਲਵਾਂਗੇ। ਤਾਂ ਜਿਸ ਵੇਲੇ ਸੰਗਤ ਜੀ ਰਾਤ ਹੋਈ, ਭਾਈ ਲਾਲ ਸਿੰਘ ਨੇ ਜਾ ਕੇ ਆਪਣੀ ਸਿੰਘਣੀ ਨੂੰ ਦੱਸਿਆ ਕਿ ਮੈਂ ਅੱਜ ਸਤਿਗੁਰਾਂ ਦੇ ਕੋਲ ਜਿਹੜੀ ਢਾਲ ਬੜੀ ਮਿਹਨਤ ਦੇ ਨਾਲ ਬਣਾਈ ਸੀ, ਮੈਂ ਇਹ ਢਾਲ ਦੀ ਤਾਰੀਫ, ਇਹ ਢਾਲ ਦੀ ਜਿਹੜੀ ਵਿਸ਼ੇਸ਼ ਖਾਸ ਸੀ ਉਹ ਮਹਾਰਾਜ ਨੂੰ ਦੱਸੀ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਕਿ ਇਹ ਢਾਲ ਅਸੀਂ ਕੱਲ੍ਹ ਨੂੰ ਆਪਣੇ ਕੋਲ ਰੱਖਾਂਗੇ। ਤਾਂ ਜਿਸ ਵੇਲੇ ਲਾਲ ਸਿੰਘ ਕਹਿਣ ਲੱਗਿਆ ਆਪਣੀ ਸਿੰਘਣੀ ਨੂੰ ਕਿ ਮੈਨੂੰ ਪਤਾ ਹੈ ਆਪਣੀ ਢਾਲ ਦੇ ਉੱਪਰ ਸਤਿਗੁਰਾਂ ਤੋਂ ਗੋਲੀ ਦਾ ਵਾਰ ਨਹੀਂ ਹੋਣਾ, ਅਤੇ ਸੰਗਤਾਂ ਮਹਾਰਾਜ ਕੋਲ ਬਹੁਤ ਮਲਵਈ ਸਿੱਖ ਆਏ ਨੇ, ਉਹਨਾਂ ਦੇ ਵਿੱਚ ਮੇਰੀ ਬੜੀ ਸੋਭਾ ਹੋਵੇਗੀ। ਕਿਉਂਕਿ ਸੰਗਤ ਜਿਹੜਾ ਜੀਵ ਹੈ, ਜਿਵੇਂ ਪ੍ਰਸ਼ਾਦੇ ਦੀ ਭੁੱਖ ਲੱਗਦੀ ਹੈ, ਕਈ ਜੀਵ ਐਸੇ ਹੁੰਦੇ ਨੇ ਉਹਨਾਂ ਨੂੰ ਆਪਣੀ ਵਡਿਆਈ ਕਰਾਉਣ ਦੀ ਭੁੱਖ ਲੱਗਦੀ ਹੈ। ਤਾਂ ਭਾਈ ਲਾਲ ਸਿੰਘ ਦੂਸਰਾ ਦਿਨ ਹੋਇਆ, ਦੀਵਾਨ ਸਜਿਆ। ਮਹਾਰਾਜ ਬਾਦਸ਼ਾਹ ਦਰਵੇਸ਼ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਧਰ ਚੋਜੀ ਪ੍ਰੀਤਮ ਸੰਗ ਦੀ ਦੀਵਾਨ ਵਿੱਚ ਬੈਠੇ ਨੇ। ਮਹਾਰਾਜ ਨੇ ਭਾਈ ਲਾਲ ਸਿੰਘ ਨੂੰ ਹੁਕਮ ਕੀਤਾ, ਭਾਈ ਲਾਲ ਸਿਆਂ ਆਪਣੀ ਢਾਲ ਲੈ ਕੇ ਆ। ਜਿਸ ਵੇਲੇ ਸੰਗਤ ਜੀ ਭਾਈ ਲਾਲ ਸਿੰਘ ਜੀ ਢਾਲ ਲੈ ਕੇ ਆਇਆ ਹੈ, ਹੁਣ ਮਹਾਰਾਜ ਜੀ ਦਾ ਲੱਖਾਂ ਮਨ ਮਹਾਰਾਜ ਦੇ ਸੂਰਜ ਮਾਨੋ ਚੜ੍ਹਿਆ ਹੋਵੇ। ਇੰਨਾ ਮਹਾਰਾਜ ਦਾ ਤੇਜ ਪ੍ਰਤਾਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁਖ ਵੱਲ ਵੇਖਦਾ ਹੈ ਤਾਂ ਨੀਵੀਂ ਪੈ ਗਈ। ਮਨ ਵਿੱਚ ਸੰਗਤ ਜੀ ਕਿਤੇ ਕਿਨਕਾ ਮਹਾਰਾਜ ਦਰਸ਼ਨਾਂ ਦਾ ਫਲ ਉੱਠ ਗਿਆ। ਮਨ ਵਿੱਚ ਆਇਆ ਕਿ ਮਨਾ ਇਹ ਸਤਿਗੁਰੂ ਲੋਕ ਪਰਲੋਕ ਦੇ ਮਾਲਕ ਨੇ, ਇਹ ਕੀ ਨਹੀਂ ਕਰ ਸਕਦੇ। ਤੇਰੀ ਢਾਲ ਇਹਨਾਂ ਦੇ ਮੂਹਰੇ ਕੀ ਹੈ। ਇਹ ਤਾਂ ਅੱਗ ਆਪਣੇ ਹੱਥ 'ਤੇ ਰੱਖ ਕੇ ਜੇਕਰ ਤੇਰੀ ਢਾਲ ਦੂਸਰੇ ਹੱਥ ਨਾਲ ਮਲ ਸਕਦੇ ਨੇ, ਇੰਨੇ ਬਲ ਵਾਲੇ ਸਤਿਗੁਰੂ ਨੇ। ਤਾਂ ਉਸ ਵੇਲੇ ਸੰਗਤ ਜੀ ਫਿਰ ਮਨ ਵਿੱਚ ਵਿਚਾਰ ਆਇਆ, ਇਹਨਾਂ ਅੱਗੇ ਅਰਦਾਸ ਕਰ। ਫਿਰ ਭਾਈ ਲਾਲ ਸਿੰਘ ਨੇ ਜੋ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਅਰਦਾਸ ਹੈ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੋਂ ਲੈ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੱਕ, ਉੱਥੋਂ ਤੱਕ ਸੰਗਤ ਜੀ ਤੱਕ ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਇੱਕ ਹੱਥ ਵਿੱਚ ਢਾਲ ਫੜੀ ਹੈ, ਇੱਕ ਹੱਥ ਨਾਲ ਅਰਦਾਸ ਕਰ ਰਿਹਾ ਮਨ ਦੇ ਵਿੱਚ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਰਾਫਲ ਦੇ ਵਿੱਚ ਆਪਣੇ ਰੌਂਦ ਪਾਏ ਨੇ। ਜਿਸ ਵੇਲੇ ਮਹਾਰਾਜ ਜੀ ਵਾਰ ਕਰਨ ਲੱਗਦੇ ਨੇ, ਢਾਲ ਵੱਲ ਵੇਖਦੇ ਨੇ ਤਾਂ 9 ਪਾਤਸ਼ਾਹੀ ਮਹਾਰਾਜ ਦੇ ਅੱਗੇ ਖੜ੍ਹੇ ਨੇ।
ਤਾਂ ਮਹਾਰਾਜ ਨੇ ਸੰਗਤ ਥੋੜ੍ਹਾ ਆਪਣਾ ਸੀਸ ਝੁਕਾਇਆ, ਕਿਉਂਕਿ ਅਰਦਾਸ ਕਰ ਰਿਹਾ ਸੀ। ਸਾਹਮਣੇ 9 ਪਾਤਸ਼ਾਹੀ ਖੜ੍ਹੇ ਸਨ। ਕੋਲ ਸਿੰਘਾਂ ਨੇ ਪੁੱਛਿਆ, ਮਹਾਰਾਜ ਆਪ ਜੀ ਨੇ ਕਿਉਂ ਨਹੀਂ ਨਿਸ਼ਾਨਾ ਲਾਇਆ? ਮਹਾਰਾਜ ਜੀ ਕਹਿੰਦੇ, ਭਾਈ ਜੀ ਤੇ ਨਿਸ਼ਾਨਾ ਲਾਉਣਾ ਸੀ। ਉਹ ਢਾਲ ਦੇ ਅੱਗੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੱਕ 9 ਪਾਤਸ਼ਾਹੀ ਖੜ੍ਹੇ ਸਨ। ਅਸੀਂ ਨਿਸ਼ਾਨਾ ਕਿਹਦੇ ਲਾਈਏ? ਤਾਂ ਇਸ ਤਰ੍ਹਾਂ ਸੰਗਤ ਜੀ ਭਾਵ ਕਿ ਹੰਕਾਰ ਵਾਹਿਗੁਰੂ ਨੂੰ ਕਦੇ ਨਹੀਂ ਪਾਉਂਦਾ। ਫਿਰ ਭਾਈ ਲਾਲ ਸਿੰਘ ਤੋਂ ਮਹਾਰਾਜ ਨੇ ਸਾਰੀ ਸੰਗਤ ਨੂੰ ਕਿਹਾ, ਭਾਈ ਲਾਲ ਸਿੰਘਾ ਸਾਰੀ ਵਾਰਤਾ ਦੱਸ। ਫਿਰ ਲਾਲ ਸਿੰਘ ਨੇ ਸਾਰੀ ਵਾਰਤਾ ਦੱਸੀ ਕਿ ਮਹਾਰਾਜ ਜੀ, ਇਹ ਗੁਰੂ ਕੀ ਸੰਗਤੋਂ ਮੇਰੇ ਮਨ ਵਿੱਚ ਸੂਖਮ ਹੰਕਾਰ ਆ ਗਿਆ ਸੀ, ਤਾਂ ਤੇ ਮਹਾਰਾਜ ਨੇ ਮੇਰੀ ਭੇਟਾ ਪ੍ਰਵਾਨ ਨਹੀਂ ਕੀਤੀ। ਹੁਣ ਮੇਰੇ ਮਨ ਵਿੱਚ ਉਹ ਹੰਕਾਰ ਦੀ ਨਿਵਰਤੀ ਹੋ ਗਈ ਸਤਿਗੁਰਾਂ ਦੇ ਦਰਸ਼ਨ ਕਰਕੇ, ਤਾਂ ਸਤਿਗੁਰਾਂ ਦੀ ਹੁਣ ਮੈਨੂੰ ਪ੍ਰਸੰਨਤਾ ਹਾਸਲ ਹੋਈ ਹੈ। ਫਿਰ ਸੰਗਤ ਜੀ ਮਹਾਰਾਜ ਨੇ ਉਹ ਢਾਲ ਆਪਣੇ ਕੋਲ ਰੱਖੀ। ਅੱਜ ਵੀ ਉਹ ਢਾਲ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ 'ਤੇ ਸ਼ੋਭਤ ਹੈ। ਸੰਗਤਾਂ ਦਰਸ਼ਨ ਕਰਦੀਆਂ, ਜਿੱਥੇ ਮਹਾਰਾਜ ਦੀ ਬੰਦੂਕ ਸ਼ੀਸ਼ਾ ਪਿਆ ਹੈ, ਜਿਨ੍ਹਾਂ ਦੇ ਮੂੰਹ ਵਿੰਗੇ ਹੋ ਜਾਂਦੇ ਨੇ, ਉੱਥੇ ਸੰਗਤਾਂ ਜਾ ਕੇ ਚਣੇ ਚੱਬਦੀਆਂ ਨੇ। ਮਹਾਰਾਜ ਦੀ ਕਿਰਪਾ ਵਰਤ ਰਹੀ ਹੈ। ਇਸ ਪ੍ਰਕਾਰ ਸੰਗਤ ਜਿਹੜਾ ਹੰਕਾਰ ਹੁੰਦਾ ਹੈ, ਉਹ ਕਦੇ ਵੀ ਅਕਾਲ ਪੁਰਖ ਨੂੰ ਚੰਗਾ ਨਹੀਂ ਲੱਗਦਾ। ਹਰ ਜੂ ਹੰਕਾਰ ਨਾ ਭਾਵੀ। ਮਹਾਰਾਜ ਜੀ ਕਹਿੰਦੇ, ਹੈ ਪ੍ਰਾਣਾ ਧਾਰੀ ਜੀਵੋ, ਜਿਹੜਾ ਐਸਾ ਹੰਕਾਰ ਰੋਗ ਹੈ ਉਹਨੂੰ ਤਜਨਾ ਕਰੋ, ਜੋ ਪ੍ਰਾਨੀ ਮਮਤਾ ਤਜੈ। ਮਹਾਰਾਜ ਜੀ ਕਹਿੰਦੇ, ਜਿਹੜੇ ਜੀਵ ਮੈਂ ਤਜ ਦਿੰਦੇ ਨੇ ਅਤੇ ਲੋਭ ਮੋਹ ਹੰਕਾਰ ਅਤੇ ਮੋਹ ਨੂੰ ਅਤੇ ਲੋਭ ਹੰਕਾਰ ਨੂੰ ਛੱਡ ਦਿੰਦੇ ਨੇ, ਸਤਿਗੁਰੂ ਸਾਹਿਬ ਜੀ ਅੱਗੇ ਦੱਸਦੇ ਨੇ ਫਿਰ ਉਹਨਾਂ ਨੂੰ ਲਾਭ ਕੀ ਹੁੰਦਾ ਹੈ। ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ। ਮਹਾਰਾਜ ਜੀ ਕਹਿੰਦੇ, ਉਹ ਜੀ ਭਾਈ ਲਾਲ ਸਿੰਘ ਆਪ ਹੀ ਤਰ ਜਾਂਦੇ ਨੇ ਅਤੇ ਔਰਨ ਲੇਤ ਉਧਾਰ, ਆਪਣੀਆਂ ਕੁੱਲਾਂ ਨੂੰ ਆਪਣੇ ਸੰਬੰਧੀਆਂ ਨੂੰ ਵੀ ਤਾਰ ਲੈਂਦੇ ਨੇ। ਅੱਗੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਜਿਉ ਸੁਪਨਾ ਅਰ ਪੇਖਨਾ ਐਸੇ ਜਗ ਕੋ ਜਾਨ। ਸਤਿਗੁਰੂ ਜੀ ਕਹਿੰਦੇ, ਹੈ ਭਾਈ ਗੁਰਮੁਖਾ, ਇਹ ਪ੍ਰਾਣਾ ਧਾਰੀ ਜੀਵ, ਤੂੰ ਜਿਹੜੇ ਸੰਸਾਰ ਦੇ ਪਦਾਰਥ ਹੈ, ਜਿਨ੍ਹਾਂ ਦਾ ਹੰਕਾਰ ਲੋਭ ਲਾਲਚ ਕਰਦਾ ਹੈ, ਇਹ ਤਾਂ ਇਉਂ ਹੈ ਜਿਉਂ ਸੁਪਨਾ ਅਰ ਪੇਖਨਾ ਐਸੇ ਜਗ ਕੋ ਜਾਨ। ਇਹ ਸੰਸਾਰ ਅਤੇ ਸੰਸਾਰ ਦੇ ਪਦਾਰਥ ਇਸ ਤਰ੍ਹਾਂ ਨੇ, ਜਿਵੇਂ ਭਾਈ ਸੁਪਨਾ ਆਉਂਦਾ ਹੈ। ਸੁਪਨੇ ਦੇ ਵਿੱਚ ਸੰਗਤ ਜੀ ਪਦਾਰਥ ਸਾਰੇ ਸੱਤ ਪਾਸਦੇ ਨੇ, ਪਰ ਜਿਸ ਵੇਲੇ ਸੁਪਨਾ ਅਗਿਆਨ ਦੇ ਵਿੱਚ ਜਾ ਕੇ ਪ੍ਰਵਿਰਤ ਹੋ ਜਾਂਦਾ ਹੈ, ਭਾਵ ਜਾਗਰਤ ਅਵਸਥਾ ਆਉਂਦੀ ਹੈ, ਸੁਪਨ ਅਵਸਥਾ ਦੀ ਨਿਵਰਤੀ ਹੁੰਦੀ ਹੈ, ਉਸ ਵੇਲੇ ਸਭ ਕੁਝ ਨਾਸਮਾਨ ਹੋ ਜਾਂਦਾ ਹੈ, ਸਾਰੇ ਕੁਝ ਦਾ ਗਿਆਨ ਹੋ ਜਾਂਦਾ ਹੈ। ਮਹਾਰਾਜ ਜੀ ਕਹਿੰਦੇ, ਜਿਉਂ ਸੁਪਨਾ ਅਰ ਪੇਖਣਾ। ਪੇਖਣਾ ਤੋਂ ਭਾਵ ਕਿ ਜਿਹੜਾ ਮਦਾਰੀ ਹੁੰਦਾ ਹੈ, ਜਿਸ ਵੇਲੇ ਸੰਗਤ ਦੀ ਮਦਾਰੀ ਜਾਦੂਗਰ ਆਪਣੇ ਜਾਦੂ ਦੇ ਬਲ ਦੇ ਨਾਲ ਅਨੇਕਾਂ ਪ੍ਰਕਾਰ ਦੇ ਪਦਾਰਥ ਬਣਾ ਕੇ ਵਿਖਾ ਦਿੰਦਾ ਹੈ। ਆਪਣੇ ਸਾਹਮਣੇ ਜਿਸ ਵੇਲੇ ਉਹ ਅਨੇਕਾਂ ਪ੍ਰਕਾਰ ਦੇ ਪਦਾਰਥ ਬਣਾਉਂਦਾ ਹੈ, ਤਾਂ ਜਿਸ ਵੇਲੇ ਆਪਣਾ ਖੇਲ ਖਤਮ ਕਰ ਦਿੰਦਾ ਹੈ, ਤਾਂ ਉਸ ਵੇਲੇ ਇਕੱਲਾ ਮਦਾਰੀ ਰਹਿ ਜਾਂਦਾ ਹੈ। ਕੋਈ ਉੱਥੇ ਪਦਾਰਥ ਨਹੀਂ ਹੁੰਦਾ, ਉਹ ਖਾਲੀ ਹੱਥ ਹੁੰਦਾ ਹੈ, ਹੋਰਾਂ ਤੋਂ ਪੈਸੇ ਮੰਗੀ ਜਾਂਦਾ ਹੁੰਦਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਬਾਣੀ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਭੇਖ ਦਿਖਲਾਈ। ਮਹਾਰਾਜ ਜੀ ਕਹਿੰਦੇ, ਜਿਵੇਂ ਬਾਜੀਗਰ ਬਾਜੀ ਪਾਉਂਦਾ ਹੈ, ਅਨੇਕਾਂ ਪ੍ਰਕਾਰ ਦੇ ਕੌਤਕ ਕਰਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਨੇ ਵੀ ਭਾਈ ਉਹ ਵੀ ਬਾਜੀਗਰ ਦੀ ਨੇ, ਉਹਨੇ ਸੰਸਾਰ ਰਚਿਆ ਹੈ, ਉਹਨੇ ਅਨੇਕਾਂ ਤਰ੍ਹਾਂ ਦੇ ਜੀਵ ਬਣਾਏ ਨੇ। ਫਿਰ ਅੰਤ ਨੂੰ ਸਮਾਂ ਆਉਂਦਾ ਹੈ, ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਅਨੇਕਾਂ ਤੋਂ ਫਿਰ ਇੱਕ ਹੋ ਜਾਂਦੇ। ਜਿਸ ਵੇਲੇ ਮਹਾਂਪਰਲੋ ਆਉਂਦੀ ਹੈ, ਤਾਂ ਦੇ ਸਤਿਗੁਰੂ ਜੀ ਕਹਿੰਦੇ, ਜਿਉਂ ਸੁਪਨਾ। ਪਹਿਲਾ ਸੰਸਾਰ ਨੂੰ ਸਮਝ ਲਓ ਭਾਈ, ਜਿਵੇਂ ਸੁਪਨਾ ਆਉਂਦਾ ਹੈ, ਸੁਪਨੇ ਵਿੱਚ ਜਿੰਨੇ ਵੀ ਪਦਾਰਥ ਹੁੰਦੇ ਨੇ ਉਹ ਸਾਰੇ ਮਿਥਿਆ ਹੁੰਦੇ ਨੇ। ਅਤੇ ਦੂਸਰੀ ਉਦਾਹਰਨ ਦਿੱਤੀ ਮਹਾਰਾਜ ਨੇ ਪੇਖਣਾ, ਜਿਵੇਂ ਭਾਈ ਜਾਦੂਗਰ ਪਦਾਰਥ ਵਿਖਾਉਂਦਾ ਹੈ, ਪਰ ਉਹ ਸੱਚੇ ਪਦਾਰਥ ਨਹੀਂ ਹੁੰਦੇ, ਸਾਰੇ ਝੂਠੇ ਹੁੰਦੇ ਨੇ, ਮਾਇਆ ਹੁੰਦੀ ਹੈ। ਇਸ ਪ੍ਰਕਾਰ ਸਤਿਗੁਰੂ ਕਹਿੰਦੇ, ਐਸੇ ਜਗ ਕੋ ਜਾਣ। ਹੈ ਜੀਵ ਸੰਸਾਰ ਨੂੰ ਵੀ ਇਸੇ ਤਰ੍ਹਾਂ ਹੀ ਜਾਣਨਾ ਕਰ ਭਾਈ। ਅੱਗੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਸਤਿਗੁਰੂ ਜੀ ਕਹਿੰਦੇ, ਭਾਈ ਸੰਸਾਰ ਦੇ ਵਿੱਚ ਜਿੰਨੇ ਵੀ ਪਦਾਰਥ ਨੇ, ਇਹ ਕੁਝ ਵੀ ਇਨ ਮੈਂ ਕਛ ਸਾਚੋ ਨਹੀਂ, ਇਹ ਸੱਚੇ ਨਹੀਂ। ਸਤਿਗੁਰੂ ਜੀ ਕਹਿੰਦੇ, ਇੱਕ ਕੁਝ ਸੱਚਾ ਹੈ, ਨਾਨਕ ਬਿਨ ਭਗਵਾਨ। ਭਗਵਾਨ ਦੇ ਅਰਥ ਨੇ ਕਿ ਪਰਮਾਤਮਾ ਵਾਹਿਗੁਰੂ ਤੋਂ ਬਿਨਾਂ ਸਭ ਕੁਝ ਝੂਠਾ ਹੈ। ਚਾਹੋ ਉਹਦੇ ਨਾਮ ਤੋਂ ਬਿਨਾਂ, ਉਹਦੇ ਪਿਆਰਿਆਂ ਤੋਂ ਬਿਨਾਂ ਸਭ ਕੁਝ ਮਿਥਿਆ ਹੈ।
ਸਤਿਗੁਰੂ ਸਾਹਿਬ ਜੀ ਅੱਗੇ ਕਿਰਪਾ ਕਰਨਗੇ ਸ਼ਲੋਕਾਂ ਦੇ ਅੰਦਰ। ਮਹਾਰਾਜ ਜੀ ਦੱਸਦੇ ਨੇ ਕਿ ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਕਿ ਜਿਨ੍ਹਾਂ ਨੇ ਭਾਈ ਵਾਹਿਗੁਰੂ ਦਾ ਨਾਮ ਜਪਿਆ ਹੈ, ਚਾਹੋ ਤਾਂ ਸੰਸਾਰ ਵਿੱਚ ਉਹ ਸਥਿਰ ਰਹਿਣਗੇ, ਚਾਹੋ ਵਾਹਿਗੁਰੂ ਰਹੇਗਾ, ਚਾਹੋ ਉਹਦਾ ਨਾਮ, ਕਿਉਂਕਿ ਵਾਹਿਗੁਰੂ ਦਾ ਨਾਮ ਸਤਿਨਾਮ ਹੈ। ਸਤਿਨਾਮ ਤੋਂ ਭਾਵ ਜਿਹੜਾ ਇੱਕ ਰਸ ਰਹੇ, ਜਿਹੜੇ ਤਿੰਨੇ ਸਮਿਆਂ ਦੇ ਵਿੱਚ ਸੰਗਤ ਜੀ ਹੋਵੇ, ਉਹਨੂੰ ਕਹਿੰਦੇ ਸਤ। ਅਤੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ। ਉਹ ਭੂਤ ਕਾਲ ਵਿੱਚ ਵੀ ਸੀ, ਵਰਤਮਾਨ ਸਮੇਂ ਵਿੱਚ ਵੀ ਹੈ, ਅੱਗੇ ਭਵਿੱਖ ਵਿੱਚ ਵੀ ਵਾਹਿਗੁਰੂ ਹੋਵੇਗਾ। ਤਾਂ ਤੇ ਜਿਹੜਾ ਐਸਾ ਵਾਹਿਗੁਰੂ ਹੈ, ਸਤਿਗੁਰੂ ਜੀ ਕਹਿੰਦੇ ਉਹ ਤੋਂ ਬਿਨਾਂ ਸਭ ਕੁਝ ਮਿਥਿਆ ਹੈ। ਮਹਾਰਾਜ ਜੀ ਸੂਹੀ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਬਚਨ ਕਰਦੇ ਨੇ ਕਿ ਸੱਚੇ ਪਾਤਸ਼ਾਹ ਜੀ ਕਹਿੰਦੇ ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮੁਣ ਜਨ ਸੇਵਾ। ਅੱਗੇ ਸਤਿਗੁਰੂ ਜੀ ਕਹਿੰਦੇ ਰਹਿਣ ਨਾ ਪਾਵੈ ਸੁਰ ਨਰ ਦੇਵਾ। ਸੁਰ ਦੇ ਭਾਵ ਵੱਡੇ ਵੱਡੇ ਦੇਵਤੇ, ਭਗਵਾਨ ਸ਼ਿਵ ਵਰਗੇ ਵੀ ਨੇ ਇੱਥੇ ਰਹੇ। ਮਹਾਰਾਜ ਦਸਮ ਬਾਣੀ ਵਿੱਚ ਜ਼ਿਕਰ ਕਰਦੇ ਨੇ ਕਿ ਕਾਲ ਪਾਏ ਬ੍ਰਹਮਾ ਬਪਤਰਾ, ਕਿ ਜਿਹੜਾ ਸਾਰੇ ਸੰਸਾਰ ਨੂੰ ਰਚਣ ਵਾਲਾ ਬ੍ਰਹਮਾ ਜੀ, ਉਹਨੂੰ ਵੀ ਸੰਗਤ ਜੀ ਅੰਤ ਨੂੰ ਕਾਲ ਪਾ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਕੋਟ ਬ੍ਰਹਮਾ ਜਗ ਸਾਜਣ ਲਾਏ। ਅਨੇਕਾਂ ਪ੍ਰਕਾਰ ਦੇ ਇੱਥੇ ਬ੍ਰਹਮੇ ਹੋਏ ਭਾਈ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਿ ਜਿਹੜੇ ਲੋਕਾਂ ਨੂੰ ਲਇਤਾ ਕਰਨ ਵਾਲਾ ਭਗਵਾਨ ਸ਼ਿਵ ਹੈ, ਉਹਨੂੰ ਵੀ ਅੰਤ ਨੂੰ ਕਹਿੰਦੇ ਕਾਲ ਪੈ ਜਾਂਦਾ ਹੈ। ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ। ਜਿਹੜਾ ਵਿਸ਼ਨੂੰ ਜੀ ਸਾਰੇ ਸੰਸਾਰ ਨੂੰ ਭਰ ਰਿਹਾ ਹੈ, ਸਾਰੇ ਸੰਸਾਰ ਨੂੰ ਰੋਜੀ ਰੋਟੀ ਦੇ ਰਿਹਾ ਹੈ, ਉਹਨੂੰ ਵੀ ਕਹਿੰਦੇ ਕਾਲ ਪੈ ਜਾਵੇ। ਸਕਲ ਕਾਲ ਕਾ ਕੀਆ ਤਮਾਸ਼ਾ, ਕਾਲ ਦਾ ਤਮਾਸ਼ਾ ਹੈ। ਫਿਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਸੱਚੇ ਪਾਤਸ਼ਾਹ ਕਹਿੰਦੇ ਜੀਵਤ ਪੇਖੇ ਰਹਿਣ ਨਾ ਪਾਵੇ ਸੁਰ ਨਰ ਦੇਵਾ। ਨਾ ਭਾਈ ਸੁਰ ਦੇਵਤੇ ਨਾ ਨਰ, ਨਾ ਉਹਨਾਂ ਦਾ ਪਤੀ ਰਾਜਾ ਕੋਈ ਨਹੀਂ ਰਹਿੰਦਾ। ਸੱਚੇ ਪਾਤਸ਼ਾਹ ਨੂੰ ਪੁੱਛਿਆ ਗੁਰਸਿੱਖਾਂ ਨੇ, ਮਹਾਰਾਜ ਫਿਰ ਕੌਣ ਸੰਸਾਰ ਵਿੱਚ ਸਥਿਰ ਹੈ? ਮਹਾਰਾਜ ਜੀ ਕਹਿੰਦੇ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਜਿਨ੍ਹਾਂ ਨੇ ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ, ਉਹ ਸੰਸਾਰ ਵਿੱਚ ਸੰਗਤ ਜਿਉਂਦੇ ਨੇ। ਅੱਜ ਬਾਬਾ ਫਰੀਦ ਸਾਹਿਬ ਨੂੰ ਕੌਣ ਨਹੀਂ ਜਾਣਦਾ, ਸਾਰੇ ਲੋਕ ਜਾਣਦੇ ਨੇ। ਭਾਵ ਕਿ ਸਰੀਰ ਕਰਕੇ ਸਭ ਨੇ ਚਲਿਆ ਜਾਣਾ ਹੈ, ਪ੍ਰਾਤਮਾ ਕਰਕੇ ਸੰਗਤ ਜੀ ਉਹਨਾਂ ਦੀ ਯਾਦ ਅੱਜ ਵੀ ਬਣੀ ਹੈ। ਉਸ ਸਮੇਂ ਦੇ ਰਾਜੇ ਨੂੰ ਕੋਈ ਨਹੀਂ ਜਾਣਦਾ ਹੋਣਾ ਕਿ ਕੌਣ ਸੀ ਬਾਬਾ ਫਰੀਦ ਜੀਆਂ ਵੇਲੇ ਦਾ ਰਾਜਾ। ਸੋ ਤਾਂ ਤੇ ਮਹਾਰਾਜ ਜੀ ਕਹਿੰਦੇ ਇਨ ਮੈਂ ਕਾਛ ਸਾਚੋ ਨਹੀਂ, ਇਹ ਭਾਈ ਪਦਾਰਥ ਸੱਚੇ ਨਹੀਂ, ਨਾ ਇਹਨਾਂ ਦੇ ਨਾਲ ਜੁੜਨ ਵਾਲੇ ਸੱਚੇ ਨੇ। ਨਾਨਕ ਬਿਨ ਭਗਵਾਨ, ਕਿ ਵਾਹਿਗੁਰੂ ਤੋਂ ਬਿਨਾਂ ਸਭ ਕੁਝ ਝੂਠ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ। ਸੰਗਤ ਇੱਥੇ ਸ਼ਬਦ ਦੀ ਸਮਾਪਤੀ ਹੈ।